ਜੀ ਵੈਲਕਮ ਜੀ। ਕੀ ਹਾਲ ਚਾਲ ਸਾਰਿਆਂ ਦਾ? ਚੜ੍ਹਦੀ ਕਲਾ ਦੇ ਵਿੱਚ ਹੋ। ਸੋ ਸਤਿ ਸ਼੍ਰੀ ਅਕਾਲ ਤੇ ਗੁੱਡ ਈਵਨਿੰਗ, ਗੁੱਡ ਆਫਟਰਨੂਨ ਤੇ ਕਈਆਂ ਦੇ ਗੁੱਡ ਨਾਈਟ ਹੋਣ ਵਾਲੀ ਹੈ। ਸੋ ਦੇਖਦੇ ਹਾਂ ਨੈਕਸਟ ਵੀਕ ਦੇ ਵਿੱਚ ਕੀ ਹੋਣ ਜਾ ਰਿਹਾ। ਸੋ ਜੇ ਕਿਸੇ ਦਾ ਕੁਐਸਚਨ ਆ ਤੇ ਚੈਟ ਦੇ ਵਿੱਚ ਪਾ ਦਿਓ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ, ਤੇ ਮੈਂ ਐਂਡ ਤੇ ਤੁਹਾਨੂੰ ਆਨਸਰ ਕਰਨ ਦੀ ਕੋਸ਼ਿਸ਼ ਕਰੂੰਗਾ। ਸਤਿ ਸ਼੍ਰੀ ਅਕਾਲ ਸਾਹਿਲ ਵੀਰੇ, ਜਗਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਗੈਰੀ ਭਾਜੀ, ਤੇ ਬਾਕੀ ਸਾਰਿਆਂ ਨੂੰ ਵੀ ਜਿਹੜੇ ਵਾਚ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਵੈਲਕਮ, ਆਦਾਬ, ਨਮਸਤੇ। ਸੋ ਅੱਜ ਦੇ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ। ਗੱਲਾਂ ਕਰਦੇ ਹਾਂ ਮਾਰਕੀਟ ਦੇ ਬਾਰੇ ਤੇ ਤੁਹਾਡੇ ਨਾਲ ਕਰਦੇ ਹਾਂ ਕੁਛ ਸ਼ੇਅਰ। ਸੋ ਹੋਪਫੁਲੀ ਤੁਸੀਂ ਇਹਦੇ ਵਿੱਚੋਂ ਟਰੇਡਾਂ ਲਾਓਗੇ ਜਿਹੜਾ ਮੈਂ ਅੱਜ ਸ਼ੇਅਰ ਕਰਨ ਲੱਗਾ ਹਾਂ। ਸੋ ਕਾਫੀ ਇੰਪੋਰਟੈਂਟ ਇਨਫੋਰਮੇਸ਼ਨ ਹੈਗੀ ਆ, ਕਿਉਂਕਿ ਨੈਕਸਟ ਵੀਕ ਆ ਜਿਹੜਾ ਆਉਣ ਵਾਲਾ, ਇਹ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਆ। ਤੇ ਲਾਸਟ ਵੀਕ ਦੇ ਵਿੱਚ ਕੀ ਹੋਇਆ, ਸਭ ਤੋਂ ਪਹਿਲਾਂ ਉੱਥੋਂ ਹੀ ਸ਼ੁਰੂਆਤ ਕਰਾਂਗੇ। ਸੋ ਲਾਸਟ ਵੀਕ ਦੇ ਵਿੱਚ ਕੀ ਹੋਇਆ ਸੀ ਜੀ, ਕੁਛ ਖਾਸ ਨਹੀਂ। ਸੋ ਸਪਾਈ ਨੇ ਕੀ ਕੀਤਾ ਕਿ ਆਪਣੀ 50 ਡੇ ਮੂਵਿੰਗ ਐਵਰੇਜ ਤੋਂ ਰਿਜੈਕਟ ਕੀਤਾ, ਫਿਰ ਤੇ ਥੱਲੇ ਡਿੱਗ ਗਿਆ। ਹੁਣ ਜਿਹੜੀ ਪਹਿਲੀ ਲਾਈਨ ਹੀ ਆ, ਇਹੀ ਜੇ ਤੁਹਾਨੂੰ ਯਾਦ ਕਰਾ ਦੇ ਕਿ ਕੀ ਤੁਸੀਂ ਲਾਸਟ ਵੀਕ ਦਾ ਲਾਈਵ ਦੇਖਿਆ ਤੇ ਉਹਦੇ ਵਿੱਚ ਮੈਂ ਕੀ ਕਿਹਾ ਸੀ, ਤਾਂ ਤੁਸੀਂ ਫਰਾਈਡੇ ਨੂੰ ਇੱਕ ਟਰੇਡ ਪੱਕੀ ਕਰ ਸਕਦੇ ਸੀ ਪੁੱਟ ਆਪਸ਼ਨ ਦੇ ਵਿੱਚ। ਸੋ ਇਹ ਆ ਕਿ ਲਾਈਵ ਦਾ ਤੇ ਜਾਂ ਜਿਹੜਾ ਇਹ ਲਾਈਵ ਰਿਵਿਊ ਆ ਆਪਣਾ, ਇਹ ਦੇਖਣ ਦਾ ਤੁਹਾਨੂੰ ਬੈਨੀਫਿਟ ਕੀ ਹੁੰਦਾ ਸਾਰਿਆਂ ਨੂੰ। ਤੁਸੀਂ ਦੇਖ ਕੇ ਇਹਨੂੰ, ਤੇ ਜੋ ਮੈਂ ਸਟਾਕ ਦੱਸ ਰਿਹਾ, ਏਰੀਏ ਦੱਸ ਰਿਹਾ, ਉਹਦੇ ਵਿੱਚ ਜਦੋਂ ਵੀ ਸਟਾਕ ਵੀਕ ਦੇ ਵਿੱਚ ਕਿਤੇ ਨਾ ਕਿਤੇ ਪਹੁੰਚਦਾ ਆ, ਤੇ ਤੁਸੀਂ ਉਹਦੇ ਵਿੱਚ ਟਰੇਡ ਲੈ ਕੇ ਪ੍ਰੋਫਿਟ ਬਣਾ ਸਕਦੇ ਹੋ। ਤੇ ਇਹ ਇਕੱਲਾ ਇਹੀ ਏਰੀਆ ਨਹੀਂ ਸੀ, ਟੈਸਲਾ ਦੇ ਸਟਾਕ ਦੇ ਨਾਲ ਵੀ ਸੇਮ ਚੀਜ਼ ਹੋਈ, ਜੋ ਆਪਾਂ ਐਕਸਪੈਕਟ ਕੀਤੀ ਸੀ। ਉਹ ਵੀ ਤੁਹਾਨੂੰ ਜਦੋਂ ਮੈਂ ਚਾਰਟ ਦੇ ਵਿੱਚ ਗਿਆ ਦੱਸੂਗਾ, ਤੁਹਾਨੂੰ ਪਤਾ ਲੱਗ ਜਾਣਾ। ਸੋ ਇਸ ਕਰਕੇ ਵੀਕਐਂਡ ਦੇ ਉੱਪਰ ਟਾਈਮ ਤੁਹਾਡੇ 15-20 ਮਿੰਟ ਹੀ ਲੱਗਦੇ ਆ ਲਾਈਵ 'ਤੇ। ਜੇ ਲਾਈਵ ਨਹੀਂ ਵੇਖਿਆ ਜਾਂਦਾ ਤਾਂ ਜਿਹੜੀ ਰਿਕਾਰਡਿੰਗ ਹੁੰਦੀ ਹੈ ਉਹ ਬਾਅਦ ਦੇ ਵਿੱਚ ਦੇਖ ਲਿਆ ਕਰੋ। ਬਟ ਇਹ ਆ ਕਿ ਤੁਸੀਂ ਜੇ ਕੰਮ 'ਤੇ ਬਿਜ਼ੀ ਆ, ਐਵਰੀਡੇ ਡੇ ਟਰੇਡ ਨਹੀਂ ਆਪਣੇ ਨਾਲ ਕਰ ਰਹੇ, ਲਾਈਵ ਟਰੇਡਿੰਗ ਨਹੀਂ ਕਰ ਰਹੇ, ਬਟ ਘੱਟੋ ਘੱਟ ਆਹ ਲਾਈਵ ਵਾਚ ਕਰਕੇ ਤੇ ਜਿਹੜਾ ਵੀਕਲੀ ਪ੍ਰੀਵਿਊ ਹੁੰਦਾ ਆਪਣਾ ਵਾਚ ਕਰਕੇ, ਤੁਸੀਂ ਵੀਕ ਦੇ ਵਿੱਚ ਕੋਈ 2-3 ਟਰੇਡਾਂ ਕਰ ਸਕਦੇ ਹੋ ਜਿਹੜੀਆਂ ਸੋਲਿਡ ਟਰੇਡਸ ਹੁੰਦੀਆਂ ਨੇ। ਸੋ ਲਾਸਟ ਵੀਕ ਦੇ ਵਿੱਚ ਸਪਾਈ ਜਿਹੜਾ ਆ 50 ਡੇ ਮੂਵਿੰਗ ਐਵਰੇਜ ਤੋਂ ਰਿਜੈਕਟ ਹੋਇਆ। ਨਾਲ ਦੀ ਨਾਲ ਕੀ ਸੀ, ਸ਼ਾਰਟ ਵੀਕ ਹੀ, ਸ਼ਾਰਟ ਤੇ ਸਲੋ ਵੀਕ ਹੀ। ਤੇ ਇਹ ਵੀ ਤੁਹਾਨੂੰ ਲਾਸਟ ਵੀਕਐਂਡ ਤੇ ਯਾਦ ਹੋਣਾ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਇਸ ਵੀਕ ਦੇ ਵਿੱਚ ਮਾਰਕੀਟ ਥੋੜ੍ਹੀ ਜਿਹੀ ਸਲੋ ਚੱਲਣ ਦੇ ਚਾਂਸ ਹੈਗੇ ਆ। ਕਾਰਨ ਉਹਦਾ ਕੀ ਸੀ, ਕਿਉਂਕਿ ਛੋਟਾ ਵੀਕ ਸੀ, ਛੋਟੇ ਵੀਕ ਦੇ ਵਿੱਚ ਇੰਨਾ ਵੋਲੀਅਮ ਨਹੀਂ ਆਉਂਦਾ, ਤੇ ਜਦੋਂ ਆਮ ਬੰਦਿਆਂ ਦਾ ਵੋਲੀਅਮ ਨਹੀਂ ਆਉਂਦਾ ਉਦੋਂ ਐਲਗੋਰਿਦਮ ਹੀ ਇੰਨੀ ਸਪੀਡ ਦੇ ਨਾਲ ਨਹੀਂ ਚੱਲਦਾ। ਫਰਾਈਡੇ ਥੋੜ੍ਹੀ ਜਿਹੀ ਵਧੀਆ ਮਾਰਕੀਟ ਚੱਲੀ ਤੇ ਹੋਪਫੁਲੀ ਤੁਸੀਂ ਵਧੀਆ ਪ੍ਰੋਫਿਟ ਬਣਾਇਆ ਹੋਊਗਾ ਜਿਹੜੀ ਇੱਕ ਅੱਧੀ ਟਰੇਡ ਲਈ ਆ। ਤੇ ਫਰਾਈਡੇ ਕਿਉਂ ਮਾਰਕੀਟ ਵਧੀਆ ਚੱਲਣੀ ਸੀ, ਉਹਦਾ ਵੀ ਤੁਹਾਨੂੰ ਮੈਂ ਕਾਰਨ ਦੱਸ ਹੀ ਦਿੱਤਾ ਸੀ ਕਿ ਜੇ ਫਰਾਈਡੇ ਮਾਰਕੀਟ ਨਹੀਂ ਵਧੀਆ ਚੱਲਦੀ ਤੇ ਬਹੁਤ ਲੋਕ ਮਾਰਕੀਟ ਦੇ ਵਿੱਚ ਕੁਇਟ ਕਰ ਜਾਂਦੇ। ਇਸ ਕਰਕੇ ਉਹ ਫਰਾਈਡੇ ਥੋੜ੍ਹਾ ਜਿਹਾ ਮਾਰਕੀਟ ਨੂੰ ਵਧੀਆ ਚਲਾਉਂਦੇ ਆ ਕਿ ਬੰਦੇ ਆਉਣ ਤੇ ਫਿਰ ਨੈਕਸਟ ਵੀਕ ਦੇ ਵਿੱਚ ਵਾਪਸ ਆਉਣ, ਕਿ ਹਾਂ ਇਹਨਾਂ ਨੂੰ ਚਲੋ ਥੋੜ੍ਹਾ ਪ੍ਰੋਫਿਟ ਬਣ ਗਿਆ, ਬੰਦਾ ਫਿਰ ਵਾਪਸ ਆਉਂਦਾ। ਜੇ ਸਾਰਾ ਵੀਕ ਹੀ ਮਾੜਾ ਆ ਤੇ ਉਹ ਫਿਰ ਅਗਲੇ ਵੀਕ ਦੇ ਵਿੱਚ ਵਾਪਸ ਨਹੀਂ ਆਉਂਦਾ ਟਰੇਡਿੰਗ ਦੇ ਵਿੱਚ। ਸੋ ਸਾਈਕੋਲੋਜੀ ਸਮਝਣੀ ਆ, ਮਾਰਕੀਟ ਨੂੰ ਕਿੱਦਾਂ ਰਨ ਕੀਤਾ ਜਾ ਰਿਹਾ, ਬੈਕ ਐਂਡ 'ਤੇ ਕੀ ਹੋ ਰਿਹਾ, ਉਹਦੇ ਨਾਲ ਇਹ ਹੈ ਕਿ ਤੁਹਾਨੂੰ ਜਿਹੜੇ ਡਿਸੀਜ਼ਨ ਬਣਾਉਣੇ ਆ ਉਹ ਈਜ਼ੀ ਹੋ ਜਾਣਗੇ। ਨੈਕਸਟ ਵੀਕ ਦੇ ਵਿੱਚ ਕੀ ਆ ਰਿਹਾ ਜੀ, ਸੋ ਸਭ ਤੋਂ ਪਹਿਲਾਂ CPI ਡਾਟਾ ਜੇ ਆਪਾਂ ਦੇਖੀਏ ਵੈਨਸਡੇ ਨੂੰ ਆ ਰਿਹਾ। CPI ਡਾਟਾ ਕੀ ਆ, ਕੰਜ਼ਿਊਮਰ ਪ੍ਰਾਈਸ ਇੰਡੈਕਸ, ਇਨਫਲੇਸ਼ਨ ਡਾਟਾ ਜਿਹਨੂੰ ਆਪਾਂ ਕਹਿ ਦਿੰਦੇ ਆ। ਸੋ ਇਨਫਲੇਸ਼ਨ ਡਾਟਾ ਲਾਸਟ ਟਾਈਮ ਹੀ ਆਪਾਂ ਇਹੀ ਸੇਮ ਚੀਜ਼ ਡਿਸਕਸ ਕੀਤੀ ਸੀ ਜਦੋਂ ਇਨਫਲੇਸ਼ਨ ਡਾਟਾ ਆਇਆ ਸੀ ਉਸ ਤੋਂ ਬਾਅਦ, ਤੇ ਸੇਮ ਚੀਜ਼ ਹੁਣ ਅੱਜ ਫਿਰ ਆਪਾਂ ਡਿਸਕਸ ਕਰ ਰਹੇ ਹਾਂ ਜਦੋਂ ਇਨਫਲੇਸ਼ਨ ਡਾਟਾ ਆਉਣ ਵਾਲਾ, ਕਿ ਕੀ ਹੋ ਰਿਹਾ, ਥੋੜ੍ਹੀ ਜਿਹੀ ਚੇਂਜ ਕੀ ਆ ਰਹੀ ਹੈ। ਸੋ ਇੱਕ ਬਹੁਤ ਵਧੀਆ ਪੈਟਰਨ ਬਣ ਰਿਹਾ ਸੀ ਜੇ ਆਪਾਂ ਦੇਖੀਏ ਤਾਂ ਡਾਊਨ 8.3 ਤੋਂ 8.2 ਤੇ ਆ ਗਈ ਇਨਫਲੇਸ਼ਨ, 7.7 ਤੇ, 7.1 ਤੇ, 6.5 ਤੇ, 6.4 ਤੇ ਘਟ ਰਹੀ ਆ। ਤੁਸੀਂ ਦੇਖੋ ਤਾਂ 6.4 ਤੋਂ 6 ਤੇ ਆ ਗਈ, 5 ਤੇ ਆ ਗਈ, 5 ਤੋਂ ਫਿਰ 4.9 ਤੇ ਘਟ ਰਹੀ ਆ, 4.1 ਤੇ, 3 ਤੇ। ਬਟ ਲਾਸਟ ਮੰਥ ਦੇ ਵਿੱਚ ਥੋੜ੍ਹੀ ਜਿਹੀ ਕੀ ਚੇਂਜ ਆਈ ਆ, 3 ਤੋਂ 3.2 ਤੇ ਚਲ ਗਈ, ਯਾਨੀ ਕਿ ਈਅਰ ਓਵਰ ਈਅਰ ਜਿਹੜੀ ਇਨਫਲੇਸ਼ਨ ਆ ਉਹ ਥੋੜ੍ਹੀ ਜਿਹੀ ਵਧਣੀ ਸ਼ੁਰੂ ਹੋਈ ਆ, ਜਿਹੜੀ ਕਿ ਥੋੜ੍ਹੀ ਕੰਸਰਨਿੰਗ ਆ, ਜਿਹਦੇ ਕਰਕੇ ਚਾਂਸ ਹੈਗੇ ਨੇ ਕਿ ਨੈਕਸਟ ਫੈਡ ਮੀਟਿੰਗ ਦੇ ਵਿੱਚ ਸ਼ਾਇਦ ਜਿਹੜਾ ਫੈਡ ਚੇਅਰ ਜੇਰਮ ਪੌਲੀ ਆ ਉਹਨਾਂ ਦੀ ਕਮੇਟੀ ਆ ਸਾਰੀ, ਉਹ ਇੰਟਰਸਟ ਰੇਟ ਇਨਕਰੀਜ਼ ਕਰ ਦੇਣ। ਹੁਣ ਇਹ ਵੀਕ ਅਗੇਨ ਕਾਫੀ ਇੰਪੋਰਟੈਂਟ ਆ, ਕਿਉਂਕਿ ਜਿਹੜਾ CPI ਡਾਟਾ ਬੁੱਧਵਾਰ ਆਉਣਾ ਤੇ ਉਹਦੀ ਐਕਸਪੈਕਟੇਸ਼ਨ ਕਿੰਨੀ ਲਾਈ ਜਾ ਰਹੀ ਆ ਅਗਸਤ ਦੀ ਇਨਫਲੇਸ਼ਨ ਦੀ, 3.6%, ਯਾਨੀ ਕਿ 3.2 ਤੋਂ ਵੀ ਥੋੜ੍ਹਾ ਜਿਹਾ ਉਹਨੂੰ ਫਿਰ ਵਧਾ ਦਿੱਤਾ ਗਿਆ। ਸੋ ਘਟਣ ਦੀ ਬਜਾਏ 2% ਵੱਲ ਨੂੰ ਜਾਣ ਦੀ ਬਜਾਏ ਜਿਹੜੀ ਆ ਇਨਫਲੇਸ਼ਨ ਆ ਉਹ ਥੋੜ੍ਹੀ ਜਿਹੀ ਇਨਕਰੀਜ਼ ਹੋ ਰਹੀ ਆ, ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਵਧੀਆ ਨਿਊਜ਼ ਨਹੀਂ ਹੈਗੀ। ਇਸ ਕਰਕੇ ਜੇ ਇਹ ਡਾਟਾ ਆਉਂਦਾ ਆ ਜਾਂ ਇਹ ਤੋਂ ਥੋੜ੍ਹਾ ਜਿਹਾ ਵੱਧ ਆਉਂਦਾ ਤਾਂ ਚਾਂਸ ਹੈਗਾ ਆ ਕਿ ਮਾਰਕੀਟ ਦੇ ਉੱਪਰ ਨੈਗੇਟਿਵ ਪ੍ਰੈਸ਼ਰ ਦੇਖਣ ਨੂੰ ਮਿਲ ਸਕਦਾ। ਸੋ ਇਹ ਰਿਜ਼ਲਟ ਆਉਣਾ ਵਾ ਬੁੱਧਵਾਰ ਸਵੇਰੇ 8:30 ਵਜੇ ਟੋਰਾਂਟੋ ਟਾਈਮ, ਈਸਟਰਨ ਟਾਈਮ ਜਾਂ ਨਿਊਯਾਰਕ ਟਾਈਮ ਆਪਾਂ ਕਹਿ ਦਈਏ। ਹੁਣ ਇਸੇ ਕਰਕੇ ਮੰਡੇ ਤੇ ਟਿਊਜ਼ਡੇ ਮੈਂ ਐਕਸਪੈਕਟ ਕਰ ਰਿਹਾ ਕਿ ਮਾਰਕੀਟ ਥੋੜ੍ਹੀ ਜਿਹੀ ਸਲੋ ਚੱਲੂਗੀ, ਜੋ ਤੁਸੀਂ ਪਾਸਟ ਦੇ ਵਿੱਚ ਦੇਖਿਆ ਹੀ ਆ। ਇੱਕ ਹੋਰ ਇੱਥੇ ਮੈਂ ਆਈਡੀਆ ਸ਼ੇਅਰ ਕਰਦਾ ਜੋ ਮੈਂ ਇੱਕ ਪੈਟਰਨ ਬਣਦਾ ਹੋਇਆ ਦੇਖਿਆ।
ਇਹ ਨਹੀਂ ਕਿ ਉਹ ਬਣਨਾ ਹੀ ਬਣਨਾ, ਬਟ ਯੂ ਕੈਨ ਵਾਚ ਕਿ ਉਹ ਇਸ ਵੀਕ ਦੇ ਵਿੱਚ ਵੀ ਹੁੰਦਾ ਜਾਂ ਨਹੀਂ। ਜਦੋਂ ਵੀ CPI ਡਾਟਾ ਆਉਣਾ ਜਾਂ ਕੋਈ ਇੰਟਰਸਟ ਰੇਟ ਹਾਈਕ ਆਉਣੀ, ਉਹ ਤੋਂ ਇੱਕ ਦਿਨ ਪਹਿਲਾਂ ਜਾਣੀ ਕਿ ਟਿਊਜ਼ਡੇ ਨੂੰ ਮਾਰਕੀਟ ਦੇ ਥੋੜ੍ਹਾ ਜਿਹਾ ਇੱਕ ਪੰਪ ਹੋਣ ਦੇ ਜਾਂ ਉੱਪਰ ਜਾਣ ਦੇ ਚਾਂਸ ਆ। ਤੇ ਟਿਊਜ਼ਡੇ ਟੀ ਡੇ ਵੀ ਹੈਗਾ ਆਪਣਾ, ਸੋ ਸ਼ਾਇਦ ਮਾਰਕੀਟ ਇੱਕ ਟ੍ਰੈਂਡ ਦੇ ਵਿੱਚ ਹੀ ਰਵੇ, ਤੇ ਉਹ ਐਕਸਪੈਕਟ ਕਰ ਰਹੇ ਆ ਅਪ ਟ੍ਰੈਂਡ ਦੇ ਵਿੱਚ। ਪੱਕਾ ਨਹੀਂ ਆ, ਟਿਊਜ਼ਡੇ ਨੂੰ ਦੇਖਾਂਗੇ ਕਿ ਕੀ ਉਹ ਚੀਜ਼ ਹੁੰਦੀ ਆ ਜਾਂ ਨਹੀਂ। ਜੇ ਸ਼ੁਰੂ ਹੁੰਦੀ ਹੈ ਉਦੋਂ, ਤੇ ਫਿਰ ਆਪਾਂ ਉਸ ਟ੍ਰੈਂਡ ਦੇ ਵਿੱਚ ਉਹਨੂੰ ਪਲੇ ਕਰਾਂਗੇ। ਐਕਸਪੈਕਟੇਸ਼ਨ ਇਹ ਆ ਹੋ ਸਕਦੀ ਆ, ਬਟ ਟਿਊਜ਼ਡੇ ਜਾ ਕੇ ਤੁਹਾਨੂੰ ਪਤਾ ਲੱਗਣਾ ਹੋਣਾ ਕੀ ਆ ਜਾਂ ਨਹੀਂ ਹੋਣਾ। ਸੋ ਇਹ ਚੀਜ਼ ਦੀ ਐਕਸਪੈਕਟੇਸ਼ਨ ਆ। ਵੈਨਸਡੇ ਤੋਂ ਬਾਅਦ ਮਾਰਕੀਟ ਥੋੜ੍ਹੀ ਜਿਹੀ ਸਪੀਡ ਦੇ ਵਿੱਚ ਚੱਲੂਗੀ। ਵੈਨਸਡੇ ਹੋ ਗਿਆ, ਥਰਸਡੇ ਹੋ ਗਿਆ, ਫਰਾਈਡੇ ਹੋ ਗਿਆ, ਬਟ ਪਹਿਲੇ 2 ਕੁ ਦਿਨ ਫਿਰ ਇਹੀ ਹੈ ਕਿ ਆਪਾਂ ਥੋੜ੍ਹਾ ਜਿਹਾ ਸਟੈਪ ਬੈਕ ਕਰਕੇ ਜ਼ਿਆਦਾ ਅਗਰੈਸਿਵ ਨਹੀਂ ਪਲੇ ਕਰਨ ਬਾਰੇ ਸੋਚਣਾ। ਹਾਂ, ਕੋਈ ਵਧੀਆ ਏਰੀਏ ਮਿਲਦੇ ਆ, ਇਹ ਨਹੀਂ ਮੈਂ ਕਹਿ ਰਿਹਾ ਕਿ ਏਰੀਏ ਵਧੀਆ ਨਹੀਂ ਮਿਲਣਗੇ, ਬਟ ਸਪੀਡ ਸ਼ਾਇਦ ਉਨੀ ਨਾ ਹੋਵੇ ਜਿੰਨੀ ਆਪਾਂ ਐਕਸਪੈਕਟ ਕਰਦੇ ਹਾਂ ਆਮ ਰੈਗੂਲਰ ਡੇਜ਼ ਦੇ ਵਿੱਚ। ਉਸ ਤੋਂ ਬਾਅਦ ਐਪਲ ਆਪਣੇ ਪ੍ਰੋਡਕਟ ਲਾਂਚ ਕਰਨ ਜਾ ਰਿਹਾ ਜੀ ਟਿਊਜ਼ਡੇ ਨੂੰ 12 ਤਰੀਕ ਨੂੰ। ਸੋ ਦੇਖਦੇ ਹਾਂ ਕੀ ਲਾਂਚ ਹੁੰਦਾ। ਸੋ ਉਹਦੇ ਕਰਕੇ ਕੱਲ੍ਹ ਨੂੰ ਸ਼ਾਇਦ ਐਪਲ ਦੇ ਵਿੱਚ ਥੋੜ੍ਹੀ ਜਿਹੀ ਹਾਈਪ ਹੋ ਸਕਦੀ ਹੈ, ਡਿਪੈਂਡਿੰਗ ਆਪਾਂ ਉਹਦੀ ਕੋਈ ਹੋਰ ਨਿਊਜ਼ ਨਾ ਆ ਜੇ। ਜਿੱਦਾਂ ਲਾਸਟ ਵੀਕ ਦੇ ਵਿੱਚ ਤੁਸੀਂ ਦੇਖਿਆ ਕਿ ਉਹਦੀ ਚਾਈਨਾ ਤੋਂ ਨਿਊਜ਼ ਆ ਗਈ ਸੀ, ਜਿਹੜੀ ਉਹਨਾਂ ਨੇ ਗੌਰਮੈਂਟ ਡਿਵਾਈਸਿਸ ਤੋਂ ਆਪਾਂ ਗੌਰਮੈਂਟ ਨੂੰ ਜਿਹੜੇ ਆ EMPLOYEE ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਈਫੋਨ ਜਾਂ ਐਪਲ ਦਾ ਪ੍ਰੋਡਕਟ ਨਹੀਂ ਯੂਜ਼ ਕਰਨਾ। ਹਾਂ, ਇੰਨਾ ਸੇਲ 'ਤੇ ਅਸਰ ਨਹੀਂ ਪਊਗਾ। ਤੁਹਾਨੂੰ ਪਤਾ ਕਿ ਹੁਣ ਗੌਰਮੈਂਟ ਦੇ ਕਿੰਨੇ ਕੁ EMPLOYEE ਹੋ ਜਾਣਗੇ, 2000 ਹੋ ਜਾਣਗੇ, 5000, 10000 ਹੋ ਜਾਣਗੇ, ਹੁਣ ਕੋਈ ਮਿਲੀਅਨਸ ਦੇ ਵਿੱਚ ਤਾਂ ਹੈ ਨਹੀਂ। ਸੋ ਇੰਨਾ ਅਸਰ ਨਹੀਂ ਪੈਣਾ, ਬਟ ਇਹ ਹੈ ਕਿ ਇੱਕ ਨੈਗੇਟਿਵ ਇੰਪੈਕਟ ਜ਼ਰੂਰ ਪਿਆ ਸੀ ਐਪਲ ਦੇ ਸਟਾਕ ਦੇ ਉੱਪਰ। ਹੁਣ ਉਹ ਚੀਜ਼ ਕੀ ਆਪਾਂ ਨੂੰ ਕੱਲ੍ਹ ਨੂੰ ਵੀ ਦੇਖਣ ਨੂੰ ਮਿਲਦੀ ਆ ਜਾਂ ਨਹੀਂ, ਕਿ ਐਪਲ ਦੇ ਈਵੈਂਟ ਦੇ ਵਿੱਚ ਵੀ ਉਸ ਚੀਜ਼ ਦਾ ਅਸਰ ਦੇਖਣ ਨੂੰ ਮਿਲਦਾ ਜਾਂ ਨਹੀਂ। ਸੋ ਇਸੇ ਕਰਕੇ ਕੱਲ੍ਹ ਨੂੰ ਸ਼ਾਇਦ ਹਾਈਪ ਹੋਵੇ ਐਪਲ ਦੀ, ਬਟ ਟਿਊਜ਼ਡੇ ਨੂੰ ਡਿਪੈਂਡ ਕਰਦਾ ਕਿ ਪ੍ਰੋਡਕਟ ਕਿੱਦਾਂ ਦੇ ਲਾਂਚ ਕਰਦੇ ਆ, ਵਧੀਆ ਹੁੰਦੇ ਆ ਜਾਂ ਮਾੜੇ ਹੁੰਦੇ ਆ। ਡਿਪੈਂਡਿੰਗ ਆਪਾਂ ਕੀ ਨਵੇਂ ਫੀਚਰ ਆਉਂਦੇ ਆ, ਜਿਹੜੇ ਲੋਕੀ ਕੰਜ਼ਿਊਮਰ ਨੇ ਥੋੜ੍ਹੇ ਜਿਹੇ ਐਕਸਾਈਟਡ ਹੁੰਦੇ ਆ ਆਈਫੋਨ ਯੂਜ਼ਰ ਉਹਨੂੰ ਦੇਖ ਕੇ ਜਾਂ ਨਹੀਂ। ਸੋ ਇਹ ਨਾ ਹੋਵੇ ਕਿ ਉਹ ਜਿਹੜੀ ਈਅਰਫੋਨ ਵਾਲੀ ਇੱਕ ਬਿੰਦੀ ਜੀ ਚੱਕ ਕੇ ਉੱਪਰ ਥੱਲੇ ਕਰ ਦੇਣ। ਸੋ ਉਹਦੇ ਨਾਲ ਕਿਸੇ ਨੇ ਐਕਸਾਈਟਡ ਨਹੀਂ ਹੋਣਾ, ਕਿਉਂਕਿ ਜਿੱਦਾਂ ਦੀ ਇਕੋਨਮੀ ਆ, ਪਹਿਲਾਂ ਹੀ ਲੋਕਾਂ ਨੂੰ ਲੱਗਦਾ ਕਿ ਨਹੀਂ ਆਪਾਂ ਪੈਸੇ ਨਹੀਂ ਸਪੈਂਡ ਕਰਨੇ। ਸੋ ਉਹਦੇ ਨਾਲ ਥੋੜ੍ਹਾ ਹੋਰ ਲੋਕੀ ਸਟੈਪ ਬੈਕ ਜਿਹਾ ਕਰਨਗੇ। ਸੋ ਇਸ ਕਰਕੇ ਜੇ ਕੁਛ ਨਾ ਕੁਛ ਵਧੀਆ ਇੰਪਰੂਵਮੈਂਟ ਜ਼ਿਆਦਾ ਹੋਊਗੀ, ਤੇ ਫਿਰ ਹੀ ਉਹ ਮੈਨੂੰ ਲੱਗਦਾ ਕਸਟਮਰ ਨੂੰ ਐਕਸਾਈਟ ਕਰ ਸਕਦੇ ਆ। ਸੋ ਸੈੱਲ ਦਾ ਨਿਊਜ਼ ਹੋ ਸਕਦਾ, ਸਾਰਾ ਕੁਝ ਮੈਂ ਤੁਹਾਨੂੰ ਦੱਸ ਰਿਹਾ ਕਿ ਸੈੱਲ ਦਾ ਨਿਊਜ਼ ਹੋ ਸਕਦਾ ਜੇ ਕੁਝ ਜ਼ਿਆਦਾ ਵਧੀਆ ਨਾ ਹੋਇਆ ਐਪਲ ਦੇ ਸਟਾਕ ਦੇ ਵਿੱਚ ਟਿਊਜ਼ਡੇ ਨੂੰ। ਸੋ ਦੇਖਾਂਗੇ ਕਿਹੜੀ ਇੱਕ ਡਾਇਰੈਕਸ਼ਨ ਚੱਕਦਾ। ਉਸ ਡਾਇਰੈਕਸ਼ਨ ਦੇ ਵਿੱਚ ਜਦੋਂ ਈਵੈਂਟ ਹੁੰਦਾ, ਉਸ ਤੋਂ ਬਾਅਦ ਆਪਾਂ ਪਲੇ ਕਰਨ ਬਾਰੇ ਦੇਖ ਸਕਦੇ ਹਾਂ। ਨੈਸਡੈਕ ਨੇ ਸ਼ਾਰਟ ਪੋਜੀਸ਼ਨ ਰਿਪੋਰਟ ਆਪਣੀ ਰਿਲੀਜ਼ ਕਰਨੀ ਆ ਜੀ ਟਿਊਜ਼ਡੇ ਨੂੰ ਹੀ। ਸੋ ਸ਼ਾਰਟ ਪੋਜੀਸ਼ਨ ਰਿਪੋਰਟ ਕੀ ਆ ਕਿ ਕਿਹੜੀ ਕੰਪਨੀ ਦੇ ਸਟਾਕ ਆ ਜਿਹੜੇ ਸਭ ਤੋਂ ਜ਼ਿਆਦਾ ਸ਼ਾਰਟ ਹੋ ਰਹੇ ਆ। ਸੋ AI ਦਾ ਸਟਾਕ ਜੇ ਆਪਾਂ ਦੇਖੀਏ ਸਭ ਤੋਂ ਜ਼ਿਆਦਾ ਸ਼ਾਰਟ ਹੋ ਰਿਹਾ ਸੀ, ਬਟ ਹੁਣ ਨੈਸਡੈਕ ਵਾਲੇ ਦੇਖਦੇ ਆ ਕਿ ਕਿਹੜੇ ਸਟਾਕਾਂ ਦੀ ਜਿਹੜੀ ਆ ਰਿਪੋਰਟ ਰਿਲੀਜ਼ ਕਰਦੇ, ਉਹਦੇ ਵਿੱਚ ਕਿਹੜਾ ਸਟਾਕ ਜਿਹੜਾ ਹਾਈਐਸਟ ਸ਼ਾਰਟ ਇੰਟਰਸਟ ਦੇ ਵਿੱਚ ਆਉਂਦਾ। ਥੋੜ੍ਹਾ ਜਿਹਾ ਉੱਤੇ ਨੈਗੇਟਿਵ ਇੰਪੈਕਟ ਦੇਖਣ ਨੂੰ ਮਿਲ ਸਕਦਾ, ਕਿਉਂਕਿ ਜੇ ਪਹਿਲਾਂ ਸ਼ਾਰਟ ਹੋ ਰਿਹਾ, ਜ਼ਿਆਦਾ ਸ਼ਾਰਟ ਹੋ ਰਹੇ ਆ, ਤੇ ਬਾਕੀ ਜਿਹੜੇ ਆਪਣੇ ਰੀਟੇਲ ਟਰੇਡਰ ਉਹ ਵੀ ਸੋਚਣਗੇ ਕਿਹਨੂੰ ਸ਼ਾਰਟ ਕੀਤਾ ਜਾਵੇ। ਸੋ ਉਹਨੂੰ ਥੋੜ੍ਹਾ ਜਿਹਾ ਜਿਹੜਾ ਆਪਾਂ ਰੀਡ ਕਰਾਂਗੇ ਕਿ ਟੌਪ 'ਤੇ ਕਿਹੜੇ ਆਉਂਦੇ 2-4 ਸਟਾਕ ਜਿਹੜੇ ਆ ਜਿਨ੍ਹਾਂ ਨੂੰ ਸ਼ਾਰਟ ਕਰਨ ਬਾਰੇ ਦੇਖ ਸਕਦੇ ਹਾਂ, ਡਾਇਰੈਕਸ਼ਨ ਉਹਨਾਂ ਦੀ ਆਪਾਂ ਫਿਗਰ ਆਊਟ ਕਰ ਸਕਦੇ ਹਾਂ। ਰੀਟੇਲ ਸੇਲਸ ਡਾਟਾ ਆਉਣਾ ਥਰਸਡੇ ਨੂੰ, ਫਿਰ ਇਹ ਵੀ ਇੰਪੋਰਟੈਂਟ ਆ। ਸੋ ਕਾਫੀ ਇਵੈਂਟ ਆ ਰਹੇ ਆ ਜਿਹੜੇ ਇੰਪੋਰਟੈਂਟ ਹੈਗੇ ਆ। ਸੋ ਵੈਨਸਡੇ ਨੂੰ CPI ਡਾਟਾ, ਰੀਟੇਲ ਸੇਲਸ ਡਾਟਾ ਆਉਣਾ ਥਰਸਡੇ ਨੂੰ, ਅਤੇ ਨਾਲ ਹੀ ਥਰਸਡੇ ਮਾਰਨਿੰਗ ਫਿਰ PPI ਡਾਟਾ ਵੀ ਆਉਣਾ। ਸੋ PPI ਡਾਟਾ ਯੂਜਲੀ ਉੱਦਾਂ ਦਾ ਹੀ ਆਉਂਦਾ ਜਿੱਦਾਂ CPI ਡਾਟਾ ਆਵੇ, ਕਈ ਵਾਰੀ ਥੋੜ੍ਹਾ ਬਹੁਤ ਫਰਕ ਹੁੰਦਾ ਵਾ। ਸੋ ਆਲਮੋਸਟ ਸੇਮ ਹੋਊਗਾ। ਰੀਟੇਲ ਸੇਲਸ ਡਾਟਾ ਕਾਫੀ ਇੰਪੋਰਟੈਂਟ ਆ, ਕਿਉਂਕਿ ਇਹਦੇ ਵਿੱਚ ਪਤਾ ਲੱਗੂਗਾ ਆਪਾਂ ਨੂੰ ਕਿ ਜਿਹੜੀ ਕਿੰਨੀ ਕੁ ਸਪੈਂਡਿੰਗ ਹੋ ਰਹੀ ਆ ਮਾਰਕੀਟ ਦੇ ਵਿੱਚ। ਠੀਕ ਹੈ, ਸੋ ਜੇ ਸਪੈਂਡਿੰਗ ਜ਼ਿਆਦਾ, ਰੀਟੇਲ ਸੇਲਸ ਡਾਟਾ ਕਾਫੀ ਹਾਈ ਆ ਰਿਹਾ, ਉਹ ਵੀ ਕੋਈ ਆਪਣੇ ਲਈ ਪੋਜ਼ੀਟਿਵ ਨਿਊਜ਼ ਨਹੀਂ ਹੈਗੀ। ਮਾਰਕੀਟ ਦੇ ਲਈ ਚਾਂਸ ਆ ਕਿ ਇੰਟਰਸਟ ਰੇਟ ਵੱਧ ਸਕਦੇ ਆ। ਜੇ ਐਕਸਪੈਕਟੇਸ਼ਨ ਤੋਂ ਘੱਟ ਆ, ਤੇ ਫਿਰ ਸ਼ਾਇਦ ਰੇਟ ਹਾਈਕ ਪੌਜ਼ ਹੋਵੇ, ਕਿਉਂਕਿ ਇਹ ਜਿਹੜੇ ਸਾਰਾ ਇਹ CPI ਡਾਟਾ, ਰੀਟੇਲ ਸੇਲਸ ਡਾਟਾ, PPI ਡਾਟਾ, ਇਹ ਸਾਰਾ ਲੀਡ ਕਰਨਾ ਕਿ ਅੱਗੇ ਜਿਹੜਾ ਇੰਟਰਸਟ ਰੇਟ ਹਾਈਕ ਆ, ਸਾਰਿਆਂ ਨੇ ਇਹੀ ਐਕਸਪੈਕਟੇਸ਼ਨ ਕਰਨੀ ਆ ਕਿ ਇਹਨਾਂ ਨੂੰ ਦੇਖ ਕੇ ਇੰਟਰਸਟ ਰੇਟ ਹਾਈਕ ਆਊਗੀ ਜਿਹੜੀ 19-20 ਸਤੰਬਰ ਨੂੰ ਆਉਣੀ ਆ, ਤੇ ਜਾਂ ਪੌਜ਼ ਹੋਊਗਾ। ਸੋ ਕੈਨੇਡਾ ਨੇ ਤੇ ਲਾਸਟ ਵੀਕ ਦੇ ਵਿੱਚ ਪੌਜ਼ ਕੀਤਾ, ਸਟੈਡੀ ਰੱਖਿਆ, ਇੰਟਰਸਟ ਰੇਟ ਨਹੀਂ ਚੇਂਜ ਕੀਤਾ। US ਦੇ ਵਿੱਚ ਉਹ ਆਪਾਂ ਨੂੰ ਦੇਖਣ ਨੂੰ ਮਿਲੂਗਾ ਕੀ ਹੁੰਦਾ ਆ। ਸੋ ਅੱਗੇ ਸਟਾਕਸ ਬਾਰੇ ਗੱਲ ਕਰਦੇ ਹਾਂ। ਕੋਇਨਬੇਸ ਦਾ ਸਟਾਕ ਆਪਣੇ ਥੋੜ੍ਹਾ ਜਿਹਾ ਇੱਕ ਵਧੀਆ ਏਰੀਏ 'ਤੇ ਹੈਗਾ। ਓਰੈਕਲ ਦਾ ਸਟਾਕ ਆ। ਸਪਾਈ ਟੈਸਲਾ ਦੀ ਗੱਲ ਕਰਦੇ ਹਾਂ। ਬਾਕੀ ਜੇ ਕੋਈ ਤੁਹਾਡੇ ਮਾਈਂਡ ਦੇ ਵਿੱਚ ਹੈਗਾ ਸਟਾਕ ਕਿ ਆਹ ਵਾਲਾ ਟਰੇਡ ਕਰਨਾ ਚਾਹੁੰਦਾ ਆ, ਤੇ ਉਹ ਸਟਾਕ ਬਾਰੇ ਤੁਸੀਂ ਇੱਥੇ ਕਮੈਂਟ ਕਰ ਦਿਓ। ਇਹ ਨਾ ਹੋਵੇ ਕਿ ਜਦੋਂ ਮੈਂ ਲਾਈਵ ਐਂਡ ਕਰਨ ਲੱਗਾ ਉਦੋਂ ਤੁਸੀਂ ਕਮੈਂਟ ਕਰੋ ਅਤੇ ਬਾਅਦ 'ਚ ਤੁਹਾਡਾ ਆਨਸਰ ਨਾ ਹੋਵੇ। ਸੋ ਪਲੀਜ਼ ਕਰ ਦਿਓ। ਸੋ ਕੀ ਲੱਗਦਾ ਭਾਜੀ ਐਪਲ ਦੀ ਅਰਨਿੰਗ ਤੇ ਹੋ ਗਈ ਜੀ। ਗੁੱਡ ਈਵਨਿੰਗ ਰਹਿਮਾਨ ਜੀ। ਭਾਜੀ ਤੁਹਾਨੂੰ ਲੱਗਦਾ ਕਿ ਮਾਰਕੀਟ 'ਚ ਇੱਕ ਵਾਰ ਐਂਟਰ ਹੋ ਕੇ ਬੰਦਾ ਬਾਹਰ ਜਾ ਸਕਦਾ? ਮਤਲਬ ਜੀ ਐਂਟਰ ਹੋ ਕੇ ਬਾਹਰ ਜਾ ਸਕਦਾ, ਮੈਨੂੰ ਕੁਐਸਚਨ ਨਹੀਂ ਸਮਝ ਲੱਗੀ, ਥੋੜ੍ਹਾ ਜਿਹਾ ਐਕਸਪਲੇਨ ਕਰਿਓ।
अर्निंग आ रही ने, ओरैकल की अर्निंग आ रही है। ओरैकल अपने एक वधिया एरिए ते भी हैगा, वाच करते हैं। कल शाम ਨੂੰ अर्निंग आनी है। तो अडोबी की अर्निंग आ रही है। मेन यही दो आ, बट आप कि प्ले कर रहे हैं इन्होंने विचों कोई भी नहीं। सो अर्निंग आप हुण कोई नहीं प्ले करनी, नैक्सट अर्निंग सीजन की वेट करते हैं। वो फिर बिग मूवर्स देखा कि होंगे आ, बट इन्होंने मैनू नहीं लगता कि कोई खास इन्ना इंप्रैसिव होगा जोड़ा आप ऑप्शन ट्रेडिंग प्ले करिए तो आपको वधिया प्रॉफिट बना के दे के जाए। हाँ, स्टॉक किसी ने प्ले करना कर सकता, क्योंकि आफ्टर मार्केट उन्होंने तुम एग्जिट कर सकते हो, वो थोड़ा बहुत प्रॉफिट बन सकता। बट यह है कि ऑप्शन जी आ कोई भी इन्ना स्टॉक नहीं है जोड़ा आपको कोई सरप्राइज़ करे एड्डी वड्डी मूव होवे उहदे विच। बाकी लाइव ट्रेडिंग आ, सो जिन्होंने सबसक्राइब किया उन्होंने आप कल मिलते हैं मॉर्निंग के, जे किसी ने करना तो stocktalkforyou.com पर जाके कर सकता, जिथे आप लाइव ट्रेड करते हैं। सो चार्ट की गलबात करते हैं जी। अगेन क्यों देखना लाइव जरूरी आ, वाच करना। तुहानूं मैं टेस्ला का दसिया ही कि टेस्ला की अपनी 50 डे मूविंग एवरेज में जो ब्रेक नहीं करता, थले डिग्गी जाता है, तो चांस आ कि थले डिग सकता, उपर नहीं जाऊगा। सो उही चीज़ हुई लास्ट वीक के एक बारी दो बारी ऑलमोस्ट उन्होंने टच किया, तो फिर बाद में आन के फ्राइडे को भी एग्जैक्ट उन्होंने टच करके जे तुम देखो तो थले डिग्या, जानी कि तुम ट्रेड इतों लै सकते सी जो 50 डे मूविंग एवरेज तो थले आ जाता। सो काफ़ी बारी मौका दिता, फ्राइडे में तो बहुत वधिया मौका सी जे किसी ने ट्रेड करना। सो इस करके लाइव के तुहानूं एक दो ट्रेडा मिल जांदियां जे तुसीं ध्यान दे नाल देखो एवरी वीक के अंडरस्टैंड करो कि किद्दां काम करदा। उस तो बाद जे आपां गलबात करिए ओरैकल दी ORCL, सो एक की एरिए ते जरूर हैगा स्टॉक, किहड़े वाले ते इस ते। सो आ मैं डिलीट करा जी। सो ये वाला की एरिया जिथे स्टॉक पहुँच रहा वा, आप प्राइस देख लें $128 कह सकते हैं, 128 के नेड़े तेड़े, 127.50 $128 वो ड्रॉप हो सकता। बट डिपेंडिंग अपॉन कि अर्निंग किद्दां दी आउंदी है, क्योंकि कल शाम को अर्निंग आनी है। बट जे दिने मैं देखदा तो जे मॉर्निंग के कल एक बारी पंप जहा करके इस एरिए तो जाके ड्रॉप होंदा आ, तो चांस दिंदा तो आप ट्रेड कर सकते हैं। अगेन थोड़िया जी ऑप्शन ट्रेड करनिया ट्रिकी होणगियां, क्योंकि इंपलाइड वॉलीटिलिटी वधी होनी आ अर्निंग के करके थोड़े जे ध्यान दे नाल। बट की एरिया एक हैगा जिन्हों तुसीं नैक्सट वीक के जरूर वाच करना। जे अर्निंग वधिया आ गई, इनू ब्रेक भी करता तो दोबारा इनू सपोर्ट बना के जे तुहानूं ट्रेड मिलती है तो इस एरिए तो आप लै सकते हैं नैक्सट वीक के। उस तो बाद गलबात करते हैं जी कॉइन की। सो कॉइन स्टॉक कॉइनबेस कंपनी का, सो ये भी एक वधिया एरिए तो थोड़ा जिहा ड्रॉप होया, जे तुसीं लास्ट वीक के नोटिस किया होवे। सो इत्थों ड्रॉप होया सी, फिर इत्थे ड्रॉप होया, अगेन सेम एरिए ते जा रहा, 50 डे मूविंग एवरेज भी आ रही है, जानी कि $86.50। काफ़ी स्ट्रॉन्ग एरिया हो सकता कॉइन बेस का, जितों आप पुट दे विच जा सकते हैं जे उत्थे जाके ड्रॉप होंदा था। सो कॉइन बेस नूं तुसीं वाच कर लेना। बाद विच AI का स्टॉक आ। सो कंग्रैचुलेशन जिन्हों ने लास्ट वीक के पुट के इनू ट्रेड किया, तो लास्ट वीकेंड वाला जे तुहानूं लाइव याद आ तो वो भी ये स्टॉक का भी मैं तुहानूं दस्सिया सी कि जी अर्निंग तो बाद डिगना शुरू होंदा आ, डिगण के चांस आ तो आप पुट के जावांगे। सो वधिया जे किसी ने ट्रेड की आ तो प्रॉफिट बनाया होगा। अगेन आई एम स्टिल एक्सपैक्टिंग कि जे $26 वाला एरिया तो ये न्यू लो बनाता है, जिथे रुक रहा, जी कि 200 डे मूविंग एवरेज आई उत्थों इन्हें सपोर्ट चक्की आ, ब्रेक करता तो $20 ਨੂੰ आ सकता। सो कोई ना कोई दिन शायद अगले वीक के भी आपको इदा का मिले कि जो न्यू लो बनाता थले डिगदा तो $20 तक ड्रॉप हो सकती है। सो दिस इज़ वट आई एम एक्सपैक्टिंग कि एक दिन के जो ये डिगदा होंदा हाई रह के तो $7-8 की मूव करता। इत्थे भी इन्हें $7-8 की एक दिन के मूव की थी, इत्थे 2-3 दिनों के काफ़ी वधिया ड्रॉप हुई सी। सो उदा का जे आपको एक अद्धा दिन मिल जाए, आई वॉज एक्सपैक्टिंग जिदन अपना ट्रेड किया या थर्सडे को कि उदन ड्रॉप हो जाऊगा, ब्रेक कर जाऊगा, बट यह है कि नहीं किया, 200 डे मूविंग एवरेज तो रुक गया। जिदा कि इत्थों रुकया सी, ये भी चीज़ तुहानूं मैं शायद मैंशन की थी लास्ट वीकेंड ते कि जिदा इत्थों रुकया इत्थे रुक सकता है। तो बट यह है कि जे इनू ब्रेक करता तो $20 तक स्टिल आई एम एक्सपैक्टिंग कि जे आपको किते मौका मिलता ड्रॉप होंदी आ तो ट्रेड इहदी कर सकते, उत्थों तक जा सकता है। सो AI के जोड़े स्टॉक आ जी, उन्होंने CEO वगैरह की नैक्सट वीक के सैनट के नाल मीटिंग है, कोई लाइव उन्होंने नहीं करना, बट वो एक डॉकूमेंट जरूर रिलीज़ करनगे प्रैस के, वो माइक्रोसॉफ्ट के, गूगल के, ओपन AI के CEO, नवीडिया के, जिहड़ियां टॉप कंपनियां AI के आर्टिफिशियल इंटैलीजेंस के उन्होंने जा रहे हैं। तो देखते हैं सैनट वाले क्यों उन्होंने सद रहे आ। कारण यही है कि पूछा जा रहा कि यदा की आ फ्यूचर के जाके थोड़ा जहा डर की आ, किद्दां इंपैक्ट कर सकता ह्यूमन ते जिहड़ा काम आ सारा, वो सारिया चीज़ों कोई नवा रैगूलेशन बनाने के लिए बेसिकली उन्होंने सद्दिया जा रहा कि यह नैगेटिवली इंपैक्ट करूगा तो जां नहीं, आर्टिफिशियल इंटैलीजेंस जिहड़ी टैक्नोलॉजी आ सारी।
ਹੁਣ ਉੱਤੇ ਕੁਛ ਨਾ ਕੁਛ ਉਹਨਾਂ ਦਾ ਜੇ ਨੈਗੇਟਿਵ ਰਿਮਾਰਕ ਆਉਂਦੇ ਆ ਸੈਨੇਟ ਦੇ, ਤਾਂ ਇਹਨਾਂ ਸਾਰੀਆਂ ਸਟਾਕ ਤੇ ਨੈਗੇਟਿਵ ਇੰਪੈਕਟ ਹੋਊਗਾ। ਨਵੀਡੀਆ ਤੇ ਗੱਲ ਕਰ ਲਈਏ, AI ਤੇ ਮਾਈਕਰੋਸਾਫਟ ਗੂਗਲ ਵਾਲੇ ਸਟਾਕ ਤੇ। ਸੋ ਉਹਨੂੰ ਜ਼ਰੂਰ ਵਾਚ ਕਰਨਾ। ਮੈਂ ਅਪਡੇਟ ਕਰ ਦੂੰਗਾ ਤੁਹਾਨੂੰ ਕਿੱਦਣ ਆ, ਮੈਨੂੰ ਲੱਗਦਾ ਉਹ ਵੀ ਸ਼ਾਇਦ ਵੈਨਸਡੇ ਜਾਂ ਥਰਸਡੇ ਨੂੰ ਆ, ਬਟ ਆਈ ਨੀਡ ਟੂ ਡਬਲ ਚੈੱਕ ਇਟ। ਮੈਂ ਗਰੁੱਪ ਦੇ ਵਿੱਚ ਪਾ ਦਿੰਦਾ ਬਾਅਦ ਦੇ ਵਿੱਚ, ਲਾਈਵ ਤੋਂ ਬਾਅਦ ਚੈੱਕ ਕਰਕੇ। ਸੋ ਉਦੋਂ ਉਹ ਸਟਾਕਾਂ ਨੂੰ ਆਪਾਂ ਜ਼ਰੂਰ ਵਾਚ ਕਰਨਾ, ਜਦੋਂ ਵੀ ਉਹ ਪ੍ਰੈਸ ਕਾਨਫਰੰਸ ਜਾਂ ਰਿਲੀਜ਼ ਕਰਦੇ ਆ ਕਿ ਕੀ ਉਹਨਾਂ ਨੇ ਕਿਹਾ, ਕੀ ਗੱਲਬਾਤ ਹੋਈ ਆ। ਜੇ ਨੈਗੇਟਿਵ ਕੁਛ ਨਾ ਕੁਛ ਹੁੰਦਾ ਆ ਤੇ ਫਿਰ ਸਟਾਕਾਂ ਦੇ ਉੱਪਰ ਨੈਗੇਟਿਵ ਪ੍ਰੈਸ਼ਰ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ। ਸੋ ਇਹ ਆ ਜੀ। ਬਾਅਦ ਦੇ ਵਿੱਚ ਗੱਲ ਕਰੀਏ ਸਪਾਈ ਦੀ, ਤਾਂ ਸਪਾਈ ਦੀ ਵੀ ਅਗੇਨ ਤੁਸੀਂ ਟਰੇਡ ਕਰ ਸਕਦੇ ਸੀ, ਕਿਉਂਕਿ ਇਹ 50 ਡੇ ਮੂਵਿੰਗ ਐਵਰੇਜ ਤੋਂ ਜੇ ਤੁਸੀਂ ਦੇਖੋ ਤਾਂ ਟੱਚ ਕਰਕੇ ਰਿਜੈਕਟ ਕੀਤਾ ਸੀ ਫਰਾਈਡੇ ਨੂੰ। ਸੋ ਸਟਿਲ ਇਹੀ ਹੈ ਕਿ ਜੇ ਇਹ ਤੋਂ ਥੱਲੇ ਰਹਿੰਦਾ ਆ ਤੇ ਡ੍ਰੌਪ ਹੋਣ ਦੇ ਚਾਂਸ ਆ। ਆਈ ਐਮ ਸਟਿਲ ਐਕਸਪੈਕਟਿੰਗ ਆਹ ਵਾਲਾ ਏਰੀਆ 431 ਤੱਕ ਆ ਸਕਦਾ ਸਪਾਈ ਉੱਪਰ ਜਾਣ ਤੋਂ ਪਹਿਲਾਂ, ਨੈਗੇਟਿਵ ਪ੍ਰੈਸ਼ਰ ਜੇ ਪੈਂਦਾ। ਹਾਂ, ਜੇ ਇੰਟਰਸਟ ਰੇਟ ਹਾਈਕ ਨਾ ਆਈ ਨੈਕਸਟ, ਤਾਂ ਫਿਰ ਵਾਪਸ ਜਾਣਾ ਮੈਨੂੰ ਔਖਾ ਨਹੀਂ, ਕਿਉਂਕਿ ਮਿਡ ਦੇ ਵਿੱਚ ਹੀ ਆ। ਹੁਣ ਜੇ ਆਪਾਂ ਦੇਖੀਏ 445 457 ਸਗੋਂ ਉੱਪਰ ਨੂੰ ਨੇੜੇ ਆ। ਸੋ ਬਟ 50 ਡੇ ਮੂਵਿੰਗ ਐਵਰੇਜ ਨੂੰ ਵਧੀਆ ਬ੍ਰੇਕ ਕਰਕੇ ਬਾਅਦ 'ਚ ਫਿਰ ਥੱਲੇ ਆ ਗਿਆ, ਜਾਣੀ ਕਿ ਹੋਲਡ ਨਹੀਂ ਕਰ ਪਾ ਰਿਹਾ, ਥੱਲੇ ਡਿੱਗਣ ਦੇ ਚਾਂਸ ਹੈਗੇ ਆ। ਬਟ ਇਹ ਨਹੀਂ ਮੈਂ ਕਹਿ ਰਿਹਾ ਕਿ ਥੱਲੇ ਨੂੰ ਮਾਰਕੀਟ ਨੂੰ ਟਰੇਡ ਕਰਨਾ। ਆਪਣਾ ਕੀ ਹੁੰਦਾ, ਗੋ ਵਿਦ ਫਲੋ, ਜਿੱਧਰ ਨੂੰ ਚੱਲ ਰਹੀ ਹੈ ਮਾਰਕੀਟ ਉਧਰ ਨੂੰ ਨਾਲ ਹੀ ਆਪਾਂ ਚੱਲਣਾ ਸ਼ੁਰੂ ਕਰ ਦੇਣਾ ਆ। ਸੇਮ ਜੇ ਆਪਾਂ QQ ਦੇ ਵਿੱਚ ਦੇਖਦੇ ਹਾਂ, ਇੱਦਾਂ ਦਾ ਹੀ ਆਪਾਂ ਨੂੰ ਏਰੀਆ ਦੇਖਣ ਨੂੰ ਮਿਲੂਗਾ। ਸੋ 50 ਡੇ ਮੂਵਿੰਗ ਐਵਰੇਜ ਤੋਂ ਥੋੜ੍ਹਾ ਜਿਹਾ ਉੱਪਰ ਆ, ਸਪੋਰਟ ਬਣਾ ਰਿਹਾ। ਇਹਨੂੰ ਆਪਾਂ ਦੇਖਾਂਗੇ ਕਿ ਇਸ ਸਪੋਰਟ ਨੂੰ ਹੋਲਡ ਕਰਕੇ ਉੱਪਰ ਰਹਿੰਦਾ ਜਾਂ ਨਹੀਂ। ਜੋ ਆ ਰਹੀ ਹੈ ਜੀ, ਜੇ ਆਪਾਂ ਦੇਖਦੇ ਹਾਂ ਤਾਂ ਲੈਟਸ ਡਿਲੀਟ ਦਿਸ, ਆਹ ਵਾਲੀ ਲਾਈਨ ਲਗਾਉਣੇ ਇੱਥੇ 7250 ਦੇ। ਸੋ 7250 ਨੂੰ ਹੋਲਡ ਕਰਦਾ, ਉੱਪਰ ਜਾਂਦਾ ਆ। ਜਿਹੜੀ ਮੈਂ ਅੱਜ ਵੀਡੀਓ ਪਾਈ ਆ, ਜੇ ਤੁਸੀਂ ਦੇਖੀ ਹੋਵੇ ਤਾਂ ਐਗਜ਼ੈਕਟ ਇਸ ਏਰੀਏ ਨੂੰ ਜਦੋਂ 7236 ਤੇ ਹੀ ਉਦੋਂ, ਸੋ ਫਰਾਈਡੇ ਨੂੰ ਤੇ ਮਾਰਨਿੰਗ ਦੇ ਵਿੱਚ, ਤਾਂ ਉਹਨੂੰ ਹੋਲਡ ਕਰਕੇ ਤੇ ਆਪਾਂ ਟਰੇਡ ਐਗਜ਼ਿਟ ਕੀਤੀ ਸੀ। ਸੋ ਵੀਡੀਓ ਜ਼ਰੂਰ ਵਾਚ ਕਰ ਲਿਓ। ਜਿਨ੍ਹਾਂ ਨੇ ਦੇਖੀ ਆ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਊਗਾ। ਜਿਨ੍ਹਾਂ ਨੇ ਨਹੀਂ ਦੇਖੀ, ਵਾਚ ਕਰ ਲਿਓ ਕਿ ਕਿੱਦਾਂ ਆਪਾਂ ਟਰੇਡ ਦੇ ਵਿੱਚ ਐਂਟਰੀ, ਐਗਜ਼ਿਟ, ਸਟਾਪ ਲਾਸ, ਕਿਹੜੀਆਂ ਚੀਜ਼ਾਂ ਆਪਣੇ ਕੰਟਰੋਲ ਦੇ ਵਿੱਚ ਆ, ਕਿਹੜੀਆਂ ਨਹੀਂ ਕੰਟਰੋਲ ਦੇ ਵਿੱਚ। ਸੋ ਇਹ ਤੁਹਾਨੂੰ ਦੇਖਣ ਨੂੰ ਮਿਲੂਗਾ, ਸਮਝਣ ਨੂੰ ਮਿਲੂਗਾ ਕਿ ਹਾਂ ਕੋਈ ਵੀ ਟਰੇਡ ਆ ਕਿੱਦਾਂ ਜਾ ਸਕਦੀ ਆ। ਸੋ ਕੀ ਕੁਝ ਤੁਸੀਂ ਮੈਨੇਜ ਕਰ ਸਕਦੇ ਹੋ, ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਮੈਨੇਜ ਨਹੀਂ ਕਰ ਸਕਦੇ। ਸੋ ਤੁਹਾਨੂੰ ਆਈਡੀਆ, ਮਾਈਂਡਸੈਟ, ਸਾਈਕੋਲੋਜੀ ਥੋੜ੍ਹੀ ਜਿਹੀ ਉਸ ਵੀਡੀਓ ਦੇ ਵਿੱਚੋਂ ਪਤਾ ਲੱਗੂਗੀ। ਸੋ ਹੋਰ ਜੀ, ਨਵੀਡੀਆ ਪੁੱਟਸ, ਨਵੀਡੀਆ ਦੀ ਪੁੱਟ ਉਹੀ ਆ ਜੀ। ਅਗੇਨ ਡਿਪੈਂਡ ਕਰਦਾ, ਏਰੀਆ ਆਪਾਂ ਦੇਖ ਲੈਂਦੇ ਹਾਂ ਜ਼ਰੂਰ, ਬਟ ਕੀ ਆਉਂਦਾ। ਸੋ ਨਵੀਡੀਆ ਕਾਲ ਵਾਲੇ ਏਰੀਏ ਤੇ ਇਹਨੂੰ ਹੋਲਡ ਕਰਦਾ ਜੀ 50 ਡੇ ਮੂਵਿੰਗ ਐਵਰੇਜ ਨੂੰ, ਜਾਣੀ ਕਿ 400 ਤੇ ਕਿਹੜੀ ਆਪਾਂ ਪ੍ਰਾਈਸ ਦੇਖ ਸਕਦੇ ਹਾਂ, $451 ਨੂੰ ਹੋਲਡ ਕਰਦਾ ਤਾਂ ਉੱਪਰ ਰਹਿਣ ਦੇ ਚਾਂਸ ਆ ਨਵੀਡੀਆ ਦੇ। ਦੇਖਦੇ ਹਾਂ ਕੀ ਆ। ਸੋ ਜੇ ਤੁਸੀਂ ਦੇਖੋ ਤਾਂ ਇਸ ਏਰੀਆ ਤੋਂ ਵੈਸੇ ਵੀ ਕਾਫੀ ਵਾਰੀ ਰੁਕਿਆ ਹੋਇਆ, ਉੱਪਰ ਨੂੰ ਜਾਂਦਾ ਆ। ਸੋ 451 $50 ਵਾਲਾ ਏਰੀਆ ਹੋਲਡ ਕਰ ਗਿਆ ਤਾਂ ਉੱਪਰ ਜਾਣ ਦੇ ਚਾਂਸ। ਇਹਨੂੰ ਬ੍ਰੇਕ ਕਰ ਗਿਆ, ਫਿਰ ਆਪਾਂ ਡ੍ਰੌਪ ਦੇਖ ਸਕਦੇ ਹਾਂ ਕਿ ਆ ਸਕਦੀ ਆ ਨਵੀਡੀਆ ਦੇ ਵਿੱਚ। ਬੈਕਗਰਾਊਂਡ ਬਹੁਤ ਸੋਹਣੀ ਆ, ਥੈਂਕ ਯੂ ਜੀ। AMD ਔਨ ਪੁੱਟ ਸਾਈਡ ਪਲੀਜ਼ ਐਂਡ ਟੈਸਲਾ ਕਾਲ ਸਾਈਡ। ਨਹੀਂ, ਇੱਦਾਂ ਨਹੀਂ ਜੀ। AMD ਟੈਸਲਾ ਤੁਹਾਨੂੰ ਮੈਂ ਦੱਸਿਆ 50 ਡੇ ਮੂਵਿੰਗ ਐਵਰੇਜ ਤੋਂ ਥੱਲੇ ਪੁੱਟ ਸਾਈਡ 'ਤੇ ਹੀ, ਉਸ ਤੋਂ ਉੱਪਰ ਜਾਂਦਾ ਫਿਰ ਹੀ ਆਪਾਂ ਦੇਖਾਂਗੇ। ਹਰਦੀਪ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ। ਤੁਸੀਂ ਕਿਹਾ ਸੀ ਕਿ ਫਰਾਈਡੇ ਨੂੰ ਮਾਰਕੀਟ ਚਲਾਉਣ ਤਾਂ ਲੋਕ ਫਿਰ ਮੰਡੇ ਨੂੰ ਦੁਬਾਰਾ ਮਾਰਕੀਟ 'ਚ ਨਹੀਂ ਆਉਂਦੇ। ਮੈਂ ਤਾਂ ਕਿਹਾ ਸੀ ਕਿ ਸਟਾਕ ਮਾਰਕੀਟ 'ਚ ਐਂਟਰ ਹੋ ਕੇ ਇਹਨੂੰ ਛੱਡਣਾ ਔਖਾ ਹੁੰਦਾ ਹੈ। ਠੀਕ ਹੈ ਭਾਜੀ। ਸੋ ਹੈ ਆ ਜੀ, ਡਿਪੈਂਡ ਕਰਦਾ ਤੁਹਾਡੀ ਐਡਿਕਸ਼ਨ ਬਣਦੀ ਹੈ ਜਾਂ ਪੈਸ਼ਨ ਦੇ ਨਾਲ ਕਰਦੇ ਹੋ। ਸੋ ਸਟਾਕ ਮਾਰਕੀਟ ਨੂੰ ਜੇ ਤੁਸੀਂ ਆਪਣੀ ਐਡਿਕਸ਼ਨ ਬਣਾ ਲਓਗੇ ਤਾਂ ਫਿਰ ਛੱਡਣਾ ਔਖਾ ਹੀ ਆ। ਸੋ ਇਹਨੂੰ ਇੰਜੋਇਮੈਂਟ ਕਰਨੀ, ਤੁਸੀਂ ਆਪਣਾ ਸਕੈਜੂਲ ਹੋਣਾ ਚਾਹੀਦਾ ਤੁਹਾਡਾ ਕਿ ਇੰਨੇ ਤੋਂ ਇੰਨੇ ਆ। ਇਹ ਨਹੀਂ ਕਿ ਸ਼ਨੀ ਐਤਵਾਰ ਚਾਰਟ ਦੇਖੀ ਗਏ ਬਸ, ਉੱਦਾਂ ਕੰਮ ਨਹੀਂ ਕਰਨਾ। ਹਾਂ, ਅੱਧਾ ਪੌਣਾ ਘੰਟਾ ਦਾ ਉਹ ਚਾਰਟ ਰੀਡ ਕਰੋ। ਉਹ ਆਪਾਂ ਤੁਹਾਨੂੰ ਆਹ ਵਾਲਾ ਜਿਹੜਾ ਸੈਸ਼ਨ ਆ, ਜੇ ਤੁਸੀਂ ਲਾਈਵ ਹੀ ਕਰ ਲੈਂਦੇ ਹੋ ਐਵਰੀ ਡੇ ਵੀਕਐਂਡ 'ਤੇ ਜੁਆਇਨ, ਤਾਂ ਤੁਹਾਨੂੰ ਲਰਨਿੰਗ ਆਪ ਕਰਨ ਦੀ ਲੋੜ ਹੀ ਨਹੀਂ। ਤੁਹਾਨੂੰ ਸਾਰਾ ਕੁਝ ਇੱਥੇ ਕੀਤਾ ਕਰਾਇਆ ਮਿਲ ਜਾਂਦਾ। ਹਾਂ, ਕੋਈ ਇੱਕ ਦੋ ਸਟਾਕ ਆ ਤੁਹਾਡੇ ਆਪਣੇ ਇੰਟਰਸਟ ਦੇ, ਉਹਨਾਂ ਦੇ ਚਾਰਟ ਦੇਖ ਸਕਦੇ ਹੋ। ਕੋਈ ਹੋਰ ਨਿਊਜ਼ ਆ ਰਹੀ ਆ, ਉਹ ਦੇਖ ਸਕਦੇ ਹੋ। ਬਟ ਇਹ ਆ, ਐਡਿਕਸ਼ਨ ਤਾਂ ਬਣਦੀ ਆ ਬੰਦੇ ਦੀ, ਛੱਡਣਾ ਔਖਾ ਹੋ ਜਾਂਦਾ ਸਟਾਕ ਮਾਰਕੀਟ ਨੂੰ ਜੇ ਉਹ ਦੇ ਬੈਠਾ ਹੀ ਰਵੇ ਤੇ। ਸੋ ਉਹ ਮੈਂ ਵੀਡੀਓ ਜਿਹੜੀ ਇਨਕਨਸਿਸਟੈਂਸੀ ਵਾਲੀ ਵੀਡੀਓ ਆ, ਉਹਦੇ ਵਿੱਚ ਸ਼ੇਅਰ ਕੀਤਾ ਸੀ ਕਿ ਕਈ ਬੰਦੇ ਕੀ ਆ, ਸ਼ਾਮਾਂ ਨੂੰ 2-3 ਘੰਟੇ ਬੈਠੇ ਰਹਿੰਦੇ ਨੇ, ਫਿਰ ਸਵੇਰੇ ਘੰਟਾ ਬੈਠੇ ਰਹਿੰਦੇ ਨੇ। ਸੋ ਆਪਣੇ ਲੋਕ ਕਹਿੰਦੇ ਨੇ ਕਿ ਮਿਹਨਤ ਬਹੁਤ ਕਰ ਰਹੇ ਆ, ਬਟ ਸਟਾਕ ਮਾਰਕੀਟ ਇਹ ਆ ਕਿ ਉਨਾ ਹਾਰਡ ਵਰਕ ਨਹੀਂ ਤੁਹਾਨੂੰ ਚਾਹੀਦਾ, ਸਮਾਰਟ ਵਰਕ ਹੁੰਦਾ ਆ। ਟਰੇਡ ਲੱਭਣੀ ਆ ਤੁਸੀਂ, ਮੌਕੇ 'ਤੇ ਉਦੋਂ ਡਿਸੀਜ਼ਨ ਲੈਣਾ, ਉਹ ਚੀਜ਼ ਜ਼ਿਆਦਾ ਹੁੰਦੀ ਆ। ਸੋ ਇਹ ਨਹੀਂ ਕਿ ਜ਼ਿਆਦਾ ਟਾਈਮ ਬੈਠੇ ਰਹੋਗੇ ਅਤੇ ਜ਼ਿਆਦੀਆਂ ਟਰੇਡਾਂ ਮਿਲ ਜਾਣਗੀਆਂ, ਇੱਦਾਂ ਨਹੀਂ ਆ। ਉਹ ਫਿਰ ਤੁਸੀਂ ਹਰ ਇੱਕ ਜਗ੍ਹਾ 'ਤੇ ਟਰੇਡ ਕਰਨ ਦੀ ਕੋਸ਼ਿਸ਼ ਕਰਨੀ ਆ, ਓਵਰ ਟਰੇਡ ਕਰਨਾ ਅਤੇ ਘਾਟੇ ਵਿੱਚ ਚੱਲ ਜਾਣਾ। ਜੇ ਤੁਸੀਂ ਪ੍ਰੋਫਿਟ ਬਣਾਉਣਾ ਤਾਂ ਤੁਸੀਂ ਇੱਕ ਦੋ ਸਟਾਕ ਹੀ ਐਵਰੀ ਡੇ ਟਰੇਡ ਕਰਕੇ, ਹੋਰ ਤੁਹਾਨੂੰ ਕਰਨ ਦੀ ਲੋੜ ਨਹੀਂ। ਹੁਣ ਜਿੱਦਾਂ ਆਪਾਂ ਜਿਹੜੇ ਲਾਈਵ 'ਤੇ ਆਪਣੇ ਨਾਲ ਟਰੇਡ ਕਰਦੇ ਉਹਨਾਂ ਨੂੰ ਪਤਾ ਹੀ ਆ ਕਿ QQ ਨੂੰ ਟਰੇਡ ਕਰ ਲਈਦਾ। ਕੋਈ ਹੋਰ ਸਟਾਕ ਦੇ ਵਿੱਚ ਵਧੀਆ ਅਪਰਚੁਨਿਟੀ ਮਿਲੇ, ਜਿੱਦਾਂ ਹੁਣ ਲਾਸਟ ਵੀਕ ਦੇ ਵਿੱਚ AI ਦੇ ਵਿੱਚ ਮੌਕਾ ਮਿਲਿਆ ਸੀ, ਆਪਾਂ ਕੀਤਾ, ਪ੍ਰੋਫਿਟ ਬਣਾ ਲਿਆ। ਠੀਕ ਹੈ, ਇੱਕੋ ਸਟਾਕ ਟਰੇਡ ਕੀਤਾ, ਪ੍ਰੋਫਿਟ ਬਣਾ ਲਿਆ, ਡੈਟਸ ਇਟ। ਬਾਕੀ QQ 'ਚ ਟਰੇਡਾਂ
ਉਤੋਂ ਪਿਛਲੇ ਵੀਕ ਦੇ ਵਿੱਚ ਹੀ ਸ਼ਾਇਦ ਆਪਾਂ ਨੂੰ WBA ਦੇ ਵਿੱਚ ਮੌਕਾ ਮਿਲਿਆ ਸੀ ਇੱਕ ਦਿਨ, ਆਪਾਂ ਪ੍ਰੋਫਿਟ ਬਣਾ ਲਿਆ, ਡੈਟਸ ਇਟ। ਸੋ ਕੋਈ ਇਹ ਨਹੀਂ ਕਿ ਬਾਹਲਾ ਭੱਜਣਾ ਆ, ਭੱਜਣਾ ਤੇ ਤੁਸੀਂ ਕਿਤੇ ਨਹੀਂ ਪਹੁੰਚਣਾ। ਮੈਂ ਅੱਗੇ ਵਾਰ-ਵਾਰ ਇਹੀ ਗੱਲ ਕਹਿੰਦਾ ਕਿ ਟ੍ਰੈਡਮਿਲ ਵਾਲੇ ਕੰਮ ਆ, ਬਾਹਲਾ ਭੱਜੋਗੇ ਪਹੁੰਚੋਗੇ ਕਿਤੇ ਨਹੀਂ। ਸੋ ਤੁਸੀਂ ਇਹ ਹੈ ਕਿ ਪ੍ਰੈਜ਼ੈਂਸ ਆਫ ਮਾਈਂਡ ਦੇ ਨਾਲ, ਮੋਟੀਵੇਸ਼ਨ ਦੇ ਨਾਲ ਕਦੀ ਵੀ ਟ੍ਰੇਡਿੰਗ ਨਹੀਂ ਹੁੰਦੀ, ਉਹ ਐਡਿਕਸ਼ਨ ਬਣ ਜਾਊਗੀ ਤੁਹਾਡੀ, ਫਿਰ ਔਖਾ ਕੰਮ ਆ। ਠੀਕ ਹੈ ਜੀ। ਸੋ ਹੋਰ ਕਿਸੇ ਦਾ ਕੋਈ ਸਟਾਕ ਦੇ ਰਿਲੇਟਡ ਕੁਐਸਚਨ ਹੋਵੇ ਤਾਂ ਪੁੱਛ ਸਕਦੇ ਹਾਂ। ਸੋ ਅਦਰਵਾਈਜ਼ ਮੈਨੂੰ ਲੱਗਦਾ ਕਿ ਹੋਰ ਕੋਈ ਖਾਸ ਸਟਾਕ ਨਹੀਂ ਹੈਗਾ ਜਿਹੜਾ ਆਪਾਂ ਦੇਖ ਰਹੇ ਹਾਂ, ਬਟ ਇਹੀ ਆ, AI ਦਾ ਸਟਾਕ ਦੇਖ ਸਕਦੇ ਹੋ। ਠੀਕ ਹੈ। ਤੇ ਨਾਲ ਦੀ ਨਾਲ ਤੁਹਾਨੂੰ ਮੈਂ ਦੱਸਿਆ ਜੀ ਕੋਇਨਬੇਸ, ਓਰੈਕਲ, ਠੀਕ ਹੈ। ਟੈਸਲਾ ਦਾ ਸਟਾਕ ਆ 50 ਡੇ ਮੂਵਿੰਗ ਐਵਰੇਜ ਤੋਂ। ਇੱਕ ਦੋ ਸਟਾਕ ਹੋਰ ਸੀ, ਕੱਲ ਇੱਕ ਵੀਰ ਨੇ ਪੁੱਛਿਆ ਸੀ ਲਾਈਵ ਦੇ ਉੱਪਰ ਸਟਾਕ, ਤਾਂ ਕਾਫੀ ਵਧੀਆ ਉੱਪਰ ਜਾ ਰਿਹਾ ਸਟਾਕ, ਬਟ ਆਪਾਂ ਇਹਦੀ ਡਾਇਰੈਕਸ਼ਨ ਚੇਂਜ ਦੇਖਣੀ ਆ ਕੀ ਹੁੰਦੀ ਆ ਕਿ ਨਹੀਂ। CELH ਦੇਖੋ ਚਾਰਟ ਖੁੱਲਦਾ ਜਾਂ ਨਹੀਂ, ਚਾਰਟ ਹੋਪਫੁਲੀ ਓਪਨ ਹੋਵੇ। ਹਾਂਜੀ। ਸੋ ਸਟਾਕ ਕਾਫੀ ਹਾਈਪ ਦੇ ਵਿੱਚ ਆ, ਅਰਨਿੰਗ ਵਗੈਰਾ ਲਾਸਟ 2 ਵਧੀਆ ਆਈਆਂ, ਸੋ ਮੂਵ ਕਾਫੀ ਵਧੀਆ ਕੀਤੀ ਆ, ਬਟ ਵੀ ਵਿਲ ਬੀ ਲੁਕਿੰਗ ਫॉर ਡਾਇਰੈਕਸ਼ਨ ਚੇਂਜ, ਕਿਉਂਕਿ ਕੋਈ ਵੀ ਸਟਾਕ ਆ ਜਦੋਂ ਇੰਨੀ ਸਪੀਡ ਦੇ ਵਿੱਚ ਉੱਪਰ ਚੱਲ ਜਾਂਦਾ ਆ, ਉਹਨੇ ਕਿਤੇ ਨਾ ਕਿਤੇ ਡਾਇਰੈਕਸ਼ਨ ਚੇਂਜ ਕਰਨੀ ਹੋਣੀ ਆ। ਸੋ ਉਹ ਦੇਖਾਂਗੇ 15 ਕੁ ਮਿੰਟ ਵਾਲੀ ਕੈਂਡਲ ਤੇ ਦੇਖਾਂਗੇ ਜੇ ਕਿਤੇ ਡਾਇਰੈਕਸ਼ਨ ਚੇਂਜ ਕਰਦਾ। ਸੋ ਆਹ ਵਾਲੀ ਟ੍ਰੈਂਡ ਲਾਈਨ ਜੀ ਆਲਮੋਸਟ ਉਹਨੂੰ ਬ੍ਰੇਕ ਕਰ ਰਿਹਾ, ਬਟ ਨਾਟ 100% ਸ਼ਿਓਰ ਕਿ ਅਜੇ ਕੀਤੀ ਆ ਜਾਂ ਨਹੀਂ। ਸੋ ਥੋੜ੍ਹਾ ਜਿਹਾ 1-2 ਦਿਨ ਦੇਖਾਂਗੇ। $200 ਤੋਂ ਥੱਲੇ ਆਉਂਦਾ, 200 ਤੋਂ ਥੱਲੇ ਰਹਿੰਦਾ ਵਾ, ਤਾਂ ਫਿਰ ਮੈਂ ਥੋੜ੍ਹਾ ਜਿਹਾ ਇਹਦੇ ਵਿੱਚ ਪੁੱਟ ਸਾਈਡ ਦੇ ਵਿੱਚ ਇੰਟਰਸਟਡ ਹੋਊਂਗਾ ਐਂਟਰ ਹੋਣ ਲਈ, ਡਿਪੈਂਡਿੰਗ ਅਪੋਨ ਕਿ ਇਹਦੀਆਂ ਆਪਸ਼ਨਾਂ ਕਿੱਦਾਂ ਕੰਮ ਕਰਦੀਆਂ, ਕਿਉਂਕਿ ਅੱਜ ਤੱਕ ਮੈਂ ਕਦੀ ਵੀ ਇਸ ਸਟਾਕ ਦੀ ਆਪਸ਼ਨ ਪਲੇ ਨਹੀਂ ਕੀਤੀ। ਸੋ ਕੀ ਵੀਕਲੀ ਐਕਸਪਾਇਰੀ ਹੈਗੀ ਆ ਤੇ ਜਾਂ ਇਹਦੀ ਮੰਥਲੀ ਐਕਸਪਾਇਰੀ ਆ, ਸੋ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਸਪਰੈਡ ਕਿੰਨਾ ਹੁੰਦਾ, ਉਹ ਸਾਰੀਆਂ ਚੀਜ਼ਾਂ ਦੇਖਾਂਗੇ ਇਸ ਸਟਾਕ ਦੇ ਵਿੱਚ। ਉਸ ਤੋਂ ਬਾਅਦ ਦੂਜੀ ਸਾਈਡ ਤੇ ਸਟਾਕ ਜਾ ਰਿਹਾ ਜੀ ਥੱਲੇ, SEDG। ਸੋ ਆਈ ਐਮ ਸਟਿਲ ਲੁਕਿੰਗ ਫॉर ਕਿ ਇਹਦੀ ਡਾਇਰੈਕਸ਼ਨ ਕਦੋਂ ਚੇਂਜ ਹੁੰਦੀ ਆ। ਕਾਫੀ ਵਧੀਆ ਡਾਇਰੈਕਸ਼ਨ ਚੇਂਜ ਹੋ ਜਾਂਦੀ ਆ ਜੇ ਕੋਈ ਨਾ ਕੋਈ ਪੋਜ਼ਿਟਿਵ ਨਿਊਜ਼ ਆਉਂਦੀ ਆ, ਤਾਂ ਵਧੀਆ ਮੂਵ ਕਰਨ ਦੇ ਚਾਂਸ ਹੈਗੇ ਆ। ਫਿਲਹਾਲ ਨਿਊ ਲੋ ਬਣਾ ਰਿਹਾ, ਦੇਖਦੇ ਹਾਂ ਪੁੱਟ ਵਾਲੀ ਸਾਈਡ ਨੂੰ ਹੀ ਪਲੇ ਕਰਕੇ, ਜੇ ਨੈਕਸਟ ਵੀਕ ਦੇ ਵਿੱਚ ਆਪਾਂ ਨੂੰ ਮੌਕਾ ਮਿਲਦਾ, ਤੇ ਜਾਂ ਜਦੋਂ ਡਾਇਰੈਕਸ਼ਨ ਚੇਂਜ ਹੁੰਦੀ ਆ ਫਿਰ ਤੇ ਆਪਾਂ ਉੱਪਰ ਨੂੰ ਐਂਟਰ ਹੋਣਾ ਹੀ ਆ। ਬਟ ਇਹ ਆ ਕਿ ਉਹ ਅਜੇ ਟ੍ਰੈਂਡ ਚੇਂਜ ਨਹੀਂ ਹੋ ਰਿਹਾ, ਸੋ ਆਪਾਂ ਵੇਟ ਹੀ ਕਰ ਰਹੇ ਹਾਂ, ਵਾਚ ਕਰ ਰਹੇ ਹਾਂ ਕਦੋਂ ਮਿਲਦਾ ਆਪਾਂ ਨੂੰ ਮੌਕਾ। ਜਦੋਂ ਟ੍ਰੈਂਡ ਚੇਂਜ ਹੋਇਆ ਤੇ ਉਦੋਂ ਇਹ ਕਾਫੀ ਵਧੀਆ ਅੱਪ ਚੱਲ ਜਾਣਾ, ਇੱਦਾਂ ਆ ਸਪੀਡ ਚੱਕ ਜਾਣੀ ਆ ਜੀ ਥੋੜ੍ਹੇ ਦਿਨਾਂ ਦੇ ਵਿੱਚ ਹੀ। ਸੋ ਕੋਈ $50-60 ਦੀ ਮੂਵ ਸਪੀਡ ਦੇ ਨਾਲ ਕਰ ਸਕਦਾ, ਬਟ ਅਜੇ ਨਹੀਂ ਹੋ ਰਿਹਾ। ਜੇ ਆਹ ਚੀਜ਼ ਬਣ ਰਹੀ ਹੈ ਇਹਦੇ ਵਿੱਚ ਥੱਲੇ 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 ਥੱਲੇ, ਠੀਕ ਹੈ। ਸੋ ਅਜੇ ਆਪਾਂ ਨੂੰ ਪਤਾ ਨਹੀਂ ਕਿ ਇਹਨੇ ਕਿੰਨਾ ਡਾਊਨ ਜਾਣਾ ਇੱਥੋਂ, ਠੀਕ ਹੈ। ਹੋ ਸਕਦਾ $100 ਤੇ ਹੀ ਚੱਲ ਜੇ, ਉੱਥੋਂ ਟ੍ਰੈਂਡ ਚੇਂਜ ਕਰੇ। ਸੋ ਇਸ ਲਈ ਅਜੇ ਨਹੀਂ ਆਪਾਂ ਉੱਪਰ ਨੂੰ ਐਂਟਰ ਹੋ ਰਹੇ। ਇੱਥੋਂ ਜਦੋਂ ਆਹ ਚੀਜ਼ ਬਣਨੀ ਸ਼ੁਰੂ ਹੋਈ, 1-2 ਦਿਨ ਆਪਾਂ ਨੂੰ ਪਤਾ ਲੱਗਾ ਕਿ ਹਾਂ ਥੋੜ੍ਹੀ ਹੁਣ ਪੁਸ਼ ਬੈਕ ਬਾਹਰ ਆ ਰਹੇ ਆ, ਫਿਰ ਐਂਟਰ ਹੋਵਾਂਗੇ ਤੇ ਫਿਰ ਇਹਨੂੰ ਸਵਿੰਗ ਕਰਨ ਬਾਰੇ ਦੇਖਾਂਗੇ SEDG ਨੂੰ। ਸਹੀ ਹੈ ਜੀ। ਸੋ ਭਾਜੀ ਯੂ ਸੈਡ ਯੂ ਡਿਸਕਸ ਅਬਾਊਟ ਸਟਾਕ ਸਕੈਨਰ ਲਾਈਕ ਫਿਨਵਿਜ਼। ਨਹੀਂ, ਸਟਾਕ ਸਕੈਨਰ ਤੇ ਨਹੀਂ, ਮੈਂ ਉਹਦੀ ਵੀਡੀਓ ਬਣਾ ਕੇ ਪਾ ਦੂੰਗਾ। ਯੂਜ਼ ਨਹੀਂ ਮੈਂ ਕਰਦਾ ਕਿਉਂਕਿ ਸਟਾਕ ਆਪਾਂ ਟ੍ਰੇਡ ਨਹੀਂ ਕਰੀਦੇ, ਤੇ ਵੀਡੀਓ ਜ਼ਰੂਰ ਬਣਾ ਕੇ ਉਹਦੀ ਮੈਂ ਪਾ ਦੂੰਗਾ। ਜੇ ਤੁਸੀਂ ਕਹਿੰਦੇ ਆ ਤਾਂ ਮੈਨੂੰ ਮਾੜਾ ਜਿਹਾ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਤਾਂ ਕਿ ਮੇਰੇ ਮਾਈਂਡ ਦੇ ਵਿੱਚ ਰਹੇ। ਭਾਜੀ ਆਈ ਵਾਂਟ ਟੂ ਸਟਾਰਟ ਲਾਈਵ ਟ੍ਰੇਡਿੰਗ, ਕਰੰਟਲੀ ਆਈ ਹੈਵ ਇਨਵੈਸਟਡ 15,000 ਥਰੂ ਵੈਲਥ ਸਿੰਪਲ ਬਟ ਨਾਟ ਮੇਕਿੰਗ ਐਨੀ ਪ੍ਰੋਫਿਟ। ਹਾਂਜੀ, ਸੋ ਲਾਈਵ ਟ੍ਰੇਡਿੰਗ ਸਟਾਰਟ ਕਰ ਲਓ, ਬਟ ਲਾਈਵ ਟ੍ਰੇਡਿੰਗ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਪਸ਼ਨਾਂ ਕਿੱਦਾਂ ਕੰਮ ਕਰਦੀਆਂ, ਠੀਕ ਹੈ। ਬਾਏ ਸੈਲ ਉਹਨਾਂ ਨੂੰ ਕਿੱਦਾਂ ਕਰਨਾ ਆ। ਸੋ ਉਹ ਵੀਡੀਓ ਆਪਣੀ YouTube 'ਤੇ ਪਈਆਂ, ਪਲੇਲਿਸਟ ਬਣੀ ਪਈ ਆ ਇੰਟਰੈਕਟਿਵ ਬ੍ਰੋਕਰ ਦੀ ਇੱਕ, ਉਹਦੇ ਵਿੱਚ ਜਾ ਕੇ ਦੇਖ ਸਕਦੇ ਹੋ। ਤੇ ਜੇ ਆਪਸ਼ਨਾਂ ਬਿਲਕੁਲ ਹੀ ਨਹੀਂ ਕਰਨੀਆਂ ਆਉਂਦੀਆਂ ਤੇ ਫਿਰ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਕਿ ਇੱਥੇ ਜਾ ਕੇ ਤੁਸੀਂ ਆਪਸ਼ਨ ਟ੍ਰੇਡਿੰਗ ਵਾਲਾ ਪ੍ਰੋਗਰਾਮ ਕਰ ਸਕਦੇ ਹੋ। ਮੈਨੂੰ ਫਿਰ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਤੇ ਮੈਂ ਤੁਹਾਨੂੰ ਡਿਸਕਾਊਂਟ ਕੋਡ ਭੇਜ ਦੂੰਗਾ। ਸੋ ਆਪਸ਼ਨ ਟ੍ਰੇਡਿੰਗ ਵਾਲਾ ਕੋਰਸ ਹੈਗਾ ਆ। ਸੋ ਇਹ ਥੋੜ੍ਹਾ ਜਿਹਾ ਕਰਕੇ ਤੇ ਤੁਹਾਨੂੰ ਘੱਟੋ ਘੱਟ ਪਤਾ ਲੱਗ ਜੂ ਕਿ ਲਾਈਵ ਟ੍ਰੇਡਿੰਗ ਦੇ ਆਪਾਂ ਕਰਦੇ ਕੀ ਆ। ਇਹ ਨਾ ਹੋਵੇ ਤੁਸੀਂ ਲਾਈਵ ਟ੍ਰੇਡਿੰਗ 'ਤੇ ਆਓ ਤੇ ਤੁਹਾਨੂੰ ਪਤਾ ਹੀ ਨਾ ਹੋਵੇ ਉੱਥੇ ਕੀ ਕਰ ਰਹੇ ਆ, ਬਾਏ ਸੈਲ ਕਿੱਦਾਂ ਕਰਨਾ। ਮੈਂ ਵਰਡਿੰਗ ਬੋਲ ਰਿਹਾ ਕਿ ਆਹ ਸਟਰਾਈਕ ਪ੍ਰਾਈਸ ਚੂਜ਼ ਕਰ ਲਓ, ਤੁਹਾਨੂੰ ਇਹ ਨਹੀਂ ਪਤਾ ਸਟਰਾਈਕ ਪ੍ਰਾਈਸ ਕੀ ਹੁੰਦੀ ਆ। ਸੋ ਫਿਰ ਥੋੜ੍ਹਾ ਜਿਹਾ ਟਫ ਹੋ ਜਾਊਗਾ। ਸੋ ਇਹ ਜੇ ਕਰ ਲੈਂਦੇ ਹੋ ਤਾਂ ਫਿਰ ਤੁਸੀਂ ਲਾਈਵ ਟ੍ਰੇਡਿੰਗ ਦਾ ਬੈਨੀਫਿਟ ਲੈ ਸਕਦੇ ਹੋ, ਆਪਸ਼ਨ ਟ੍ਰੇਡਿੰਗ ਵਾਲਾ ਘੱਟੋ ਘੱਟ। ਸੋ ਇਹ ਚੀਜ਼ਾਂ ਨੇ ਜੀ ਸਾਰੀਆਂ। ਬਾਕੀ ਮਿਲਦੇ ਆ ਜਿਨ੍ਹਾਂ ਨੇ ਲਾਈਵ 'ਤੇ ਆ ਕੱਲ੍ਹ ਨੂੰ, ਅਤੇ ਗੁੱਡ ਲੱਕ ਬਾਕੀ ਸਾਰਿਆਂ ਨੂੰ ਵੀ ਨੈਕਸਟ ਵੀਕ ਦੇ ਲਈ। ਧਿਆਨ ਦੇ ਨਾਲ ਮੰਡੇ ਟਿਊਜ਼ਡੇ ਜਿੱਦਾਂ ਮੈਂ ਕਿਹਾ ਕਿ ਥੋੜ੍ਹਾ ਜਿਹਾ ਟੇਕ ਇਟ ਈਜ਼ੀ ਵਾਲਾ ਕੰਮ ਹੋਊਗਾ। ਵੈਨਸਡੇ ਥਰਸਡੇ ਫਰਾਈਡੇ ਫਿਰ ਸਪੀਡ ਹੋਊਗੀ, ਫਿਰ ਉਦੋਂ ਥੋੜ੍ਹਾ ਜਿਹਾ ਅਗਰੈਸਿਵ ਪਲੇ ਕਰ ਸਕਦੇ ਹੋ। ਸੋ ਟੇਕ ਕੇਅਰ, ਬਾਏ ਬਾਏ, ਹੈਵ ਏ ਗੁੱਡ ਨਾਈਟ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।